हमारी करो हाथ दे रक्षा, पूर्ण होए चित्त की इच्छा। इस स्थान ते महाराज साहब जी ने 1 साल तो वध समा रहे इत्थे जी। इत्थे महाराज साहब जी ने अमृत बाणी कबियो बाज बेनती चौपई जो सारा सिख जगत अमृत वेले 5 ਬਾਣੀਆਂ ਦੇ ਨਿਤਨੇਮ ਦੇ ਵਿੱਚ ਸ਼ਾਮ ਨੂੰ ਸੋਦਾ ਰਹਿਰਾ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਜਾਪ ਕਰਦਾ ਹੈ। 5 ਪਿਆਰੇ ਸਹਿਬਾਨ ਜਦੋਂ ਅੰਮ੍ਰਿਤ ਦੀ ਦਾਤ ਬਖਸ਼ਦੇ ਆ ਉਦੋਂ ਵੀ ਇਸ ਅੰਮ੍ਰਿਤ ਬਾਣੀ ਦਾ ਜਾਪ ਹੁੰਦਾ ਹੈ। ਬਾਣੀ ਦਾ ਮਹੱਤਵ ਬਹੁਤ ਵੱਡਾ ਹੈ। ਜਿਹੜਾ ਗੂੰਗਾ ਸੁਣੇਗਾ ਰਸਨਾ ਦੀ ਪ੍ਰਾਪਤੀ ਹੋਵੇਗੀ, ਮੂਰਖ ਸੁਣੇਗਾ ਚਤਰਾਈਆਂ ਸਿਆਣ ਪਾਉਣਗੀਆਂ, ਦੁੱਖ ਦਰਿਦਰ ਕੋਈ ਨਹੀਂ ਰਹਿ ਜਾਵੇਗਾ। ਸੁਣੇ ਗੁੰਗ ਜੋ ਜਾਹੇ ਸੋ ਰਸਨਾ ਪਾਵਈ, ਸੁਣੇ ਮੂੜ ਚਿਤ ਲਾਏ ਚਤੁਰਤਾ ਆਵਈ। आप हाथ दे मुझे उबरिए, मरण काल का त्रासन वरिए। जो सदा हमारे पच्छा, श्री अस तुझ जू करे और अच्छा। संबत 17 सहस पुणिजै, अर्ध सहस पुन 3 कहिजै। भाद्रव सुदी अष्टमी रविवारा, तीर सुतद्रव ग्रंथ सुधारा। दरिया सतलुज के कंढे ते सुभाईमान बहुत ही रमणीक इतिहासक स्थान गुरुद्वारा बिपौर साहब। ਉਹ ਪਾਵਨ ਮੁਕੱਦਸ ਅਸਥਾਨ ਜਿੱਥੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚੌਪਈ ਸਾਹਿਬ ਦੀ ਬਾਣੀ ਦਾ ਉਚਾਰਨ ਕੀਤਾ ਸੀ। गुरु गोबिंद सिंह जी की चरण छो प्राप्त गुरुद्वारा बिपौर साहब जिला रूपनगर के इतिहासिक पिंड बिपौर साहब च उच्ची पहाड़ी ते स्थित है। बहुत इतिहासिक ते रमणीक अस्थान का इतिहास भी शाना मत्ता है। नाहन रियासत के राजा मेदनी प्रकाश गुरु गोबिंद दे श्रद्धालु सन। राजे का सारा परिवार गुरु घर का श्रद्धालु सी। राजे दी छोटी पुत्री ले योग वर लभण दी समस्या आन खड़ी हुई। राजा चाहुंदा सी कि उसे पुत्री दा विआह उसे घर च होवे जिथे गुरु घर दे प्रेमी होण। गुरु जी दी किरपा नाल उन्हां दा संपर्क बिपौर साहब दे राजा रतन राय दे परिवार नाल होया जो गुरु घर च अथाह शरधा रखदा सी। नाहन दे राजे ने अपनी पुत्री दी शादी रतन राय नाल करवा दिती। दोवें पति पत्नी पाठ सिमरन करदे ते गुरु जी नूं मिलण लई अरदासा करदे। एक दिन गुरु जी जदों शिकार खेडदे होए बिपौर साहब पहुंचे तां राजा रतन राय ते उसदी पत्नी ने गुरु जी दे दर्शन कीते। राजे ने गुरु जी नूं कुछ समा उन्हां कोल ठहरन दी बेनती की। गुरु जी इस स्थान की सुंदरता ते राजे की श्रद्धा तो प्रभावित हुए। उन्होंने इस स्थान उत्ते 13 महीने 13 दिन सिमरन बंदगी की। गुरु जी की शोभा सुन के संगतां इत्थे पुजणियां शुरू होईयां। सम्मत 1753 भाद्रो सुदी अष्टमी वाले दिन सतलुज कंडे बैठ के गुरु जी ने जिथे दसम ग्रंथ की काफी रचना संपूर्ण की उथे बेनती चौपाई भी रची। गुरु रूप साध संगत जीओ, जिस स्थान दे आप जी दर्शन कर रहे हो इस स्थान ते इस स्थान नूं दसम पिता सतगुरु श्री गुरु गोबिंद सिंह साहिब जी दे पावन पवित्र चरनां दी शोध दा मान प्राप्त है। गुरुद्वारा बिपौर साहब बिपौर दी रियासत का राजा
ਰਤਨ ਰਾਏ ਜੋ ਸਤਿਗੁਰੂ ਜੀ ਦਾ ਬਹੁਤ ਸ਼ਰਧਾਲੂ ਸੀ, ਸਤਿਗੁਰੂ ਜੀ ਨੂੰ ਬੇਨਤੀਆਂ ਕਰਦਾ ਸੀ, ਮਹਾਰਾਜ ਬਖਸ਼ਿਸ਼ ਕਿਰਪਾ ਕਰੋ, ਮੇਰੀ ਰਿਆਸਤ ਦੇ ਵਿੱਚ ਆਪ ਜੀ ਚਰਨ ਪਾਓ। ਨਾਲ ਸਤਲੁਜ ਦਰਿਆ ਹੈ, ਇੱਥੇ ਪਹਿਲਾਂ ਪੱਤਨ ਸਿੰਘ ਬੇੜੇ ਰਾਹੀਂ ਇਹ ਦਰਿਆ ਪਾਰ ਕਰਦੇ ਸੀ। ਇੱਥੇ ਰੁਕਨਦੀਨ ਸੈਦਾ ਮਲਾ ਜਿਹਦਾ ਆਪਾਂ ਇਤਿਹਾਸ ਦੇ ਵਿੱਚ ਨਾਮ ਸੁਣਦੇ ਹਾਂ, ਉਹ ਆਪਣੀ ਕਿਰਤ ਕਰਦਾ ਸੀ, ਕਾਰ ਕਰਦਾ ਸੀ, ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ, ਤੇ ਹੱਥਾਂ ਪੈਰਾਂ ਨਾਲ ਕਿਰਤ ਕਰਨੀ, ਸਤਿਗੁਰੂ ਜੀ ਨੂੰ ਯਾਦ ਕਰਨਾ ਸੈਦੇ ਮਲਾਹ ਨੇ। ਤੇ ਸਤਿਗੁਰੂ ਜੀ ਦਾ ਬਿਰਦਾ ਜਿੱਥੇ ਵੀ ਕੋਈ ਮਹਾਰਾਜ ਸਾਹਿਬ ਜੀ ਨੂੰ ਯਾਦ ਕਰੇ ਉੱਥੇ ਹੀ ਦਰਸ਼ਨ ਬਖਸ਼ ਕੇ ਨਿਹਾਲ ਕਰਦੇ ਆ। ਰਾਜਾ ਰਤਨ ਰਾਏ ਦੀਆਂ ਸੈਦੇ ਮਲਾਹ ਦੀਆਂ ਬੇਨਤੀਆਂ ਪ੍ਰਵਾਨ ਕਰਕੇ ਸਤਿਗੁਰੂ ਜੀ ਇਸ ਪਾਵਨ ਧਰਤੀ ਨੂੰ ਸਤਿਗੁਰੂ ਜੀ ਭਾਗ ਲਾਉਣ ਵਾਸਤੇ ਇੱਥੇ ਮਹਾਰਾਜ ਸਾਹਿਬ ਜੀ ਨੇ ਚਰਨ ਪਾਏ। ਖਾਲਸੇ ਦੀ ਸਿਰਜਣਾ ਤੋਂ 3 ਸਾਲ ਪਹਿਲਾਂ ਮਹਾਰਾਜ ਸਾਹਿਬ ਜੀ ਇਸ ਸਥਾਨ ਤੇ ਆਏ ਆ। ਖਾਲਸੇ ਦੀ ਸਿਰਜਣਾ ਸੰਬਤ 1756 ਦੇ ਵਿੱਚ ਕੀਤੀ ਹੈ, ਵਿਸਾਖੀ ਵਾਲੇ ਦਿਨ। ਇੱਥੇ ਸੰਬਤ 1753 ਦੇ ਵਿੱਚ ਮਹਾਰਾਜ ਸਾਹਿਬ ਜੀ ਇਸ ਸਥਾਨ ਤੇ ਆਏ। ਇਸ ਸਥਾਨ ਤੇ ਮਹਾਰਾਜ ਸਾਹਿਬ ਜੀ ਨੇ 1 ਸਾਲ ਤੋਂ ਵੱਧ ਸਮਾਂ ਰਹੇ ਇੱਥੇ ਜੀ। ਤੇ ਇੱਥੇ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਕਬਿਓ ਬਾਚ ਬੇਨਤੀ ਚੌਪਈ, ਜੋ ਸਾਰਾ ਸਿੱਖ ਜਗਤ ਅੰਮ੍ਰਿਤ ਵੇਲੇ 5 ਬਾਣੀਆਂ ਦੇ ਨਿਤਨੇਮ ਦੇ ਵਿੱਚ ਵੀ ਇਸ ਬਾਣੀ ਦਾ ਜਾਪ ਕਰਦਾ ਹੈ। ਸ਼ਾਮ ਨੂੰ ਸੋਦਾ ਰਹਿਰਾ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਜਾਪ ਕਰਦਾ ਹੈ। 5 ਪਿਆਰੇ ਸਹਿਬਾਨ ਜਦੋਂ ਅੰਮ੍ਰਿਤ ਦੀ ਦਾਤ ਬਖਸ਼ਦੇ ਆ ਉਦੋਂ ਵੀ ਇਸ ਅੰਮ੍ਰਿਤ ਬਾਣੀ ਦਾ ਜਾਪ ਹੁੰਦਾ ਹੈ। ਕਬਿਓ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਇਸ ਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਅਕਾਲ ਪੁਰਖ ਪਰਮਾਤਮਾ ਦੇ ਅੱਗੇ ਬੇਨਤੀਆਂ ਕੀਤੀਆਂ, ਜੋ ਅੱਜ ਸੰਗਤ ਇਸ ਸਥਾਨ ਤੇ ਆ ਕਰਕੇ ਬੇਨਤੀਆਂ ਕਰਦੀ ਆ ਕਿ ਹੇ ਪ੍ਰਮਾਤਮਾ, ਜਿੱਥੇ ਸਾਡਾ ਮਨੋਰਥ ਆ ਮਨੁੱਖਾ ਜਨਮ ਦਾ, ਭਈ ਪ੍ਰਾਪਤ ਮਨੁੱਖ ਦਿਓਰਿਆ ਗੋਬਿੰਦ ਮਿਲਨ ਕੀ, ਇਹ ਤੇਰੀ ਬਰੀਆ। ਇਸ ਬੇਨਤੀ ਦੇ ਵਿੱਚ ਬਾਣੀ ਦੇ ਵਿੱਚ ਬੇਨਤੀ ਆ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮਹਿ ਛਾੜ ਕੋਈ ਅਵਰ ਨ ਧਿਆਉ, ਜੋ ਬਰ ਚਾਹੂੰ ਸੋ ਤੁਮ ਤੇ ਪਾਉ। ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹੱਥ ਦੇ ਲਿਹੋ ਬਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਮਹਾਰਾਜ ਸਾਹਿਬ ਜੀ ਇਸ ਬਾਣੀ ਦਾ ਮਹਾਤਮ ਦੱਸਦੇ ਹਨ ਕਿ ਇਸ ਬਾਣੀ ਦਾ ਮਹਾਤਮ ਬਹੁਤ ਵੱਡਾ ਹੈ। ਜਿਹੜਾ ਗੂੰਗਾ ਸੁਣੇਗਾ ਰਸਨਾ ਦੀ ਪ੍ਰਾਪਤੀ ਹੋਵੇਗੀ, ਮੂਰਖ ਸੁਣੇਗਾ ਚਤਰਾਈਆਂ ਸਿਆਣ ਪਾਉਣਗੀਆਂ, ਦੁੱਖ ਦਰਿਦਰ ਕੋਈ ਨਹੀਂ ਰਹਿ ਜਾਵੇਗਾ। ਸੁਣੇ ਗੁੰਗ ਜੋ ਜਾਹੇ ਸੋ ਰਸਨਾ ਪਾਵਈ, ਸੁਣੇ ਮੂੜ ਚਿਤ ਲਾਏ ਚਤੁਰਤਾ ਆਵਈ, ਦੁਖ ਦਰਦ ਭਉ ਨਿਕਟ ਨਾ ਤਿਨ ਨਰ ਕੇ ਰਹੇ, ਹੋ ਜੋ ਜਾ ਕੀ ਏਕ ਬਾਰ ਚੌਪੀ ਕੋ ਕਹੇ। ਤੇ ਸਾਧ ਸੰਗਤ ਜੀ ਜਦੋਂ ਇਸ ਬਾਣੀ ਦੀ ਰਚਨਾ ਕੀਤੀ ਹੈ, ਉਹ ਸਮਾਂ ਵੀ ਮਹਾਰਾਜ ਸਾਹਿਬ ਜੀ ਨੇ ਆਪ ਕਿਰਪਾ ਕਰਕੇ ਦੱਸਿਆ ਹੈ। ਮਹਾਰਾਜ ਜੀ ਜਦੋਂ ਇਸ ਸਥਾਨ ਤੇ ਚੌਪੀ ਸਾਹਿਬ ਜੀ ਦੀ ਰਚਨਾ ਕੀਤੀ ਆ, ਉਦੋਂ ਸੰਬਤ 1753 ਸੀ। ਭਾਦਰੋਂ ਦੀ ਮੱਸਿਆ ਤੋਂ 8 ਦਿਨ ਬਾਅਦ ਭਾਦੋਂ ਸੁਦੀ ਅਸ਼ਟਮੀ ਐਤਵਾਰ ਵਾਲੇ ਦਿਨ ਸਤਲੁਜ ਦਰਿਆ ਦੇ ਕੰਢੇ ਤੇ ਮਹਾਰਾਜ ਸਾਹਿਬ ਜੀ ਨੇ ਇਸ ਪਾਵਨ ਬਾਣੀ ਦੀ ਰਚਨਾ ਕੀਤੀ। ਸੰਬਤ 70 ਸਹਿਸ ਭਣਿਜੇ, ਅਰਧ ਸਹਿਸ ਫੁਣ ਤੀਨ ਕਹਿਜੇ, ਭਾਦਰੋਂ ਸੁਦੀ ਅਸ਼ਟਮੀ ਰਵਾਰਾ, ਤੀਰ ਸੁਤਦਰਵ ਗ੍ਰੰਥ ਸੁਧਾਰਾ। ਸੋ ਆਪ ਜਿੰਨੀਆਂ ਵੀ ਸੰਗਤਾਂ ਇਸ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ, ਇਸ ਚੈਨਲ ਦੇ ਮਾਧਿਅਮ ਰਾਹੀਂ ਵਡਭਾਗੇ ਹੋ, ਧੰਤਾ ਦੇ ਯੋਗ ਹੋ। ਸਾਰੀਆਂ ਸੰਗਤਾਂ ਨੂੰ ਗੁਰੂ ਘਰ ਵੱਲੋਂ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਬਿਬੌਰ ਸਾਹਿਬ ਵਿਖੇ ਦੂਰੋਂ ਆਈਆਂ ਸੰਗਤਾਂ ਦੇ ਲਈ ਰਿਹਾਇਸ਼ ਦੇ ਬਹੁਤ ਹੀ ਪੁਖਤਾ ਇੰਤਜ਼ਾਮ ਹਨ। ਇਸ ਤੋਂ ਇਲਾਵਾ ਇਸ ਪਾਵਨ ਸਥਾਨ ਤੇ ਗੁਰੂ ਕਾ ਲੰਗਰ ਵੀ 24 ਘੰਟੇ ਅਟੁੱਟ ਵਰਤਦਾ ਹੈ। ਗੁਰਦੁਆਰਾ ਬਿਬੌਰ ਸਾਹਿਬ ਬਹੁਤ ਹੀ ਰਮਣੀਕ ਸਥਾਨ ਤੇ ਸੁਭਾਈਮਾਨ ਹੈ, ਜਿੱਥੇ ਸਤਲੁਜ ਦਰਿਆ ਦਾ ਦ੍ਰਿਸ਼ ਮਨ ਨੂੰ ਮੋਹ ਲੈਂਦਾ ਹੈ। ਇੱਕ ਪਾਸੇ ਗੁਰਦੁਆਰਾ ਸਾਹਿਬ 'ਚ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੈ ਤੇ ਦੂਜੇ ਪਾਸੇ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਵਾਤਾਵਰਣ ਮੱਲੋ ਮੱਲੀ ਪਰਮਾਤਮਾ ਦੀ ਸਿਫਤ ਸਲਾਹ ਲਈ ਪ੍ਰੇਰਦਾ ਹੈ। ਇਸ ਮਹਾਨ ਪਾਵਨ ਤੇ ਇਤਿਹਾਸਿਕ ਸਥਾਨ ਦੀ ਕਾਰ ਸੇਵਾ ਸੰਤ ਸੇਵਾ ਸਿੰਘ ਆਨੰਦਪੁਰ ਸਾਹਿਬ ਵਾਲਿਆਂ ਵੱਲੋਂ ਸ਼ੁਰੂ ਕੀਤੀ ਗਈ ਸੀ। ਜਿਸ ਨੂੰ ਸੰਤ ਲਾਭ ਸਿੰਘ ਨੇ ਸੰਗਤ ਦੇ ਸਹਿਯੋਗ ਨਾਲ ਨੇਪਰੇ ਚੜਾਇਆ। ਰੋਜ਼ਾਨਾ ਹਜ਼ਾਰਾਂ ਸ਼ਰਧਾਲੂ ਇਸ ਗੁਰਦੁਆਰੇ 'ਚ ਨਤਮਸਤਕ ਹੁੰਦੇ ਨੇ।
ਸੰਗਤ ਦੀ ਆਮਦ ਨੂੰ ਮੁੱਖ ਰੱਖਦਿਆਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਿਹਾਇਸ਼ ਦੇ ਬਹੁਤ ਹੀ ਪੁਖਤਾ ਇੰਤਜ਼ਾਮ ਨੇ, ਉੱਥੇ ਹਰ ਵੇਲੇ ਸੰਗਤ ਦੇ ਲਈ ਗੁਰੂ ਕਾ ਲੰਗਰ ਵੀ ਅਟੁੱਟ ਵਰਤਦਾ ਹੈ। ਸਾਲਾਨਾ ਪ੍ਰੋਗਰਾਮ ਇੱਥੇ ਸਥਾਨ ਤੇ ਹੁੰਦੇ ਆ ਜੀ, ਹੋਲੇ ਮਹੱਲੇ ਦਾ, ਵਿਸਾਖੀ ਦਾ ਤੇ ਭਾਦੋਂ ਸੁਦੀ ਅਸ਼ਟਮੀ ਚੌਪਈ ਸਾਹਿਬ ਉਚਾਰਨ ਦਿਵਸ। ਜਦੋਂ ਮਹਾਰਾਜ ਸਾਹਿਬ ਜੀ ਨੇ ਚੌਪਈ ਸਾਹਿਬ ਜੀ ਦੀ ਰਚਨਾ ਕੀਤੀ ਆ, ਉਹ ਭਾਦੋਂ ਦੀ ਮੱਸਿਆ ਤੋਂ 8 ਦਿਨ ਬਾਅਦ ਤਕਰੀਬਨ ਸਤੰਬਰ ਦੇ ਵਿੱਚ ਹੁੰਦਾ ਵਾ, ਕਦੀ ਅਗਸਤ ਦੇ ਵਿੱਚ ਜਾਂ ਸਤੰਬਰ ਦੇ ਵਿੱਚ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ। ਉਸ ਸਾਲਾਨੇ ਜੋੜ ਮੇਲੇ ਤੇ ਬਹੁਤ ਸਾਰੇ ਅਖੰਡ ਪਾਠ ਸਾਹਿਬਾਂ ਦੇ ਪ੍ਰਵਾਹ ਚੱਲਦੇ ਹਨ ਤੇ ਬਹੁਤ ਸੰਗਤਾਂ ਉਤਸ਼ਾਹ ਦੇ ਨਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੌਪਈ ਸਾਹਿਬ ਜੀ ਦੇ ਜਾਪ ਕਰਦੀਆਂ। ਜਿੰਨੀਆਂ ਵੀ ਸੰਗਤਾਂ ਦੂਰਾਂ ਦੂਰਾਂ ਤੋਂ ਆਉਂਦੀਆਂ ਇੱਥੇ ਚੌਪਈ ਸਾਹਿਬ ਜੀ ਦੇ ਜਾਪ ਕਰਦੀਆਂ। ਇਸ ਸਥਾਨ ਦਾ ਸਾਰਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਪ੍ਰਬੰਧ ਅਧੀਨ ਕਰ ਰਹੀ ਹੈ। ਆਈਆਂ ਸੰਗਤਾਂ ਵਾਸਤੇ ਰਿਹਾਇਸ਼ ਦਾ ਪ੍ਰਬੰਧ ਆ, 24 ਘੰਟੇ ਲੰਗਰ ਚੱਲਦਾ ਹੈ ਤੇ ਇਸ ਸਥਾਨ ਤੇ ਸ਼ਾਂਤੀ ਬਹੁਤ ਜ਼ਿਆਦਾ ਹੈ। ਜਿਹੜੀ ਵੀ ਕੋਈ ਸੰਗਤ ਆਉਂਦੀ ਆ ਉਹ ਇਸ ਸਥਾਨ ਤੇ ਆ ਕਰਕੇ ਕਹਿ ਕੇ ਜਾਂਦੀ ਹੈ ਕਿ ਕਿਉਂਕਿ ਸਤਿਗੁਰੂ ਜੀ ਇਸ ਸਥਾਨ ਤੇ 1 ਸਾਲ ਤੋਂ ਵੱਧ ਸਿਮਰਨ ਕਰਦੇ ਰਹੇ ਆ, ਇੱਥੇ ਮਹਾਰਾਜ ਸਾਹਿਬ ਜੀ ਨੇ ਚਰਨ ਪਾਏ ਆ ਤੇ ਬਹੁਤ ਵਧੀਆ ਸਥਾਨ ਹੈ ਮਹਾਰਾਜ ਸਾਹਿਬ ਜੀ ਦਾ, ਸ਼ਾਂਤੀ ਵਾਲਾ ਸਥਾਨ ਤੇ ਸੰਗਤਾਂ ਪ੍ਰਸੰਨ ਹੋ ਕੇ ਜਾਂਦੀਆਂ ਇੱਥੋਂ। ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਵਾਲੀ ਸੰਗਤ ਵੀ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰਦੀ ਹੈ। ਅਸੀਂ ਕਸ਼ਮੀਰ ਤੋਂ ਆਏ ਹਾਂ। ਅਸੀਂ ਮਤਲਬ 4 ਜਣੇ ਆ, ਇੱਕ ਮੇਰਾ ਬੇਟਾ, ਇੱਕ ਮੇਰੀ ਬੇਟੀ ਆ, ਇੱਕ ਮੇਰੀ ਪਤਨੀ ਆ। ਮੇਰਾ ਨਾਮ ਦਲੀਪ ਸਿੰਘ ਆ ਤੇ ਅਸੀਂ ਕਸ਼ਮੀਰ ਤੋਂ ਮਤਲਬ ਡਿਸਟ੍ਰਿਕਟ ਜ਼ਿਲ੍ਹਾ ਕੁਪਵਾੜਾ ਤੇ LOC ਤੇ ਅਸੀਂ ਰਹਿੰਦੇ ਹਾਂ, ਬਹੁਤ ਕਰੀਬੀ। ਤੋ ਬੜੀ ਗੁਰੂ ਦੀ ਕਿਰਪਾ ਦਸਵੇਂ ਪਿਤਾ ਦੀ, ਜਿਹੜੀ ਕਿ ਅਸੀਂ ਸਾਨੂੰ ਹਰ ਸਾਲ ਅਸੀਂ ਆਉਂਦੇ ਹਾਂ, ਲਗਭਗ ਹਰ ਸਾਲ ਹੀ ਆਉਂਦੇ ਹਾਂ, ਇਸੇ ਟਾਈਮ ਦੇ ਵਿੱਚ ਆਉਂਦੇ ਹਾਂ ਤੇ ਦਰਸ਼ਨ ਕਰਕੇ ਜਾਂਦੇ ਹਾਂ। ਤੇ ਇੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਚੌਪਈ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਹੈ ਤੇ ਉਹਨਾਂ ਦੀ ਬਸ ਖੁਸ਼ੀਆਂ ਪ੍ਰਾਪਤ ਹੋਣੀਆਂ ਨੇ। ਸਾਡੇ ਬਾਗ ਨੇ ਬੜੀ ਅਕਮੋਡੇਸ਼ਨ ਬੜੀ ਸੋਹਣੀ ਹੈ ਇੱਥੇ, ਬੜੀ ਸੋਹਣੀ। ਤੇ ਹੁਣ ਅੱਗੇ ਅਸੀਂ ਅਨੰਦਪੁਰ ਸਾਹਿਬ ਜਾ ਰਹੇ ਹਾਂ ਤੇ ਹੋਰ ਅੱਗੇ ਫਤਿਹਗੜ੍ਹ ਸਾਹਿਬ ਕੇ ਕਾਫੀ ਯਾਤਰਾ ਕਰਨੀ ਕੋਸ਼ਿਸ਼ ਕਰਨੀ ਹੈ। ਇੱਥੇ ਤਕਰੀਬਨ ਹਰ ਸਾਲ ਅਸੀਂ ਸਰਕਾਰੀ ਨੌਕਰੀ ਕਰਦਾ ਮੈਂ ਮਾਸਟਰ ਹਾਂ ਤੇ ਇੱਥੇ ਛੁੱਟੀਆਂ ਵਿੱਚ ਅਸੀਂ ਆਉਂਦੇ ਹਾਂ। ਬੜੀ ਗੁਰੂ ਦੀ ਕਿਰਪਾ ਜਿਹੜੀ ਸਾਨੂੰ ਇੱਥੇ ਖਿੱਚ ਲਿਆਂਦੀ ਹੈ ਤੇ ਨਾਲ ਹੀ ਇੱਥੇ ਬੜੀ ਅੱਛੀ ਜਗ੍ਹਾ, ਮਨ ਵੀ ਰਹਿੰਦਾ ਕਿ ਇੱਥੇ ਜਾਈਏ ਅਸੀਂ। ਹੋਰ ਅਨੰਦਪੁਰ ਸਾਹਿਬ ਜਾਂਦੇ ਹਾਂ, ਫਿਰ ਉੱਥੋਂ ਦਰਬਾਰ ਸਾਹਿਬ। ਇੱਥੇ ਬੜਾ ਮਤਲਬ ਬਹੁਤ ਇੱਕ ਐਸਾ ਸਥਾਨ ਹੈ ਜਿੱਥੇ ਇਨਸਾਨ ਨੂੰ ਆ ਕੇ ਇੱਥੇ ਬੜੀ ਮਨ ਨੂੰ ਸ਼ਾਂਤੀ ਮਿਲਦੀ ਹੈ। 10ਵੇਂ ਪਾਤਸ਼ਾਹ ਨੇ ਇੱਥੇ ਚੁਪਈ ਚਾਰਨ ਕੀਤੀ ਆ, ਜਿਹੜੀ ਕਿ ਇਨਸਾਨ ਦੀ ਸਹਾਇਤਾ ਵੀ ਕਰਦੀ ਆ। ਹਰ ਵਕਤ ਚਾਹੀਦਾ ਕਿ ਚੁਪਈ ਦਾ ਪਾਠ ਜਿਹੜਾ ਉਹ ਬੜਾ ਜ਼ਰੂਰੀ ਹੈ, ਕਰਨਾ ਚਾਹੀਦਾ। ਬਹੁਤ ਮਤਲਬ ਐਕੋਮੋਡੇਸ਼ਨ ਹੀ ਅੱਛੀ ਆ, ਲੰਗਰ ਪਾਣੀ ਦਾ ਬੜਾ ਅੱਛਾ ਇੰਤਜ਼ਾਮ ਆ। ਹੋਰ ਨਾਲ ਹੀ ਅੱਛਾ ਜਿਹੜਾ ਮਤਲਬ ਨਜ਼ਾਰਾ ਜਿਹੜਾ ਬਹੁਤ ਅੱਛਾ ਇੱਥੇ, ਮਨ ਕਰਦਾ ਇੱਥੇ ਆਸ-ਪਾਸ ਦੇਖਦੇ ਰਹੀਏ, ਚੱਕਰ ਚੁੱਕਰ ਲਗਾਉਂਦੇ ਰਹੀਏ। ਬਹੁਤ ਅੱਛਾ। ਹੁਣ ਅਸੀਂ ਅਨੰਦਪੁਰ ਸਾਹਿਬ ਜਾ ਰਹੇ ਹਾਂ ਇੱਥੋਂ। ਤੁਸੀਂ ਵੇਖ ਰਹੇ ਹੋ ABP ਸਾਂਝਾ, ਜੋਸ਼, ਜਜ਼ਬਾ, ਜਨੂਨ।